ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ ਦੀ ਸਿਆਸਤ ਵਿੱਚ ਹੋਇਆ ਨਵਾਂ ਧਮਾਕਾ, ਡਰੱਗ ਕੇਸ ਦੇ ਵਿੱਚ ਅਕਾਲੀ ਨੇਤਾ ਤੇ ਕੇਸ ਦਰਜ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਦਿਖਾਏ ਤੇਵਰ, ਪਹਿਲੀ ਰੈਲੀ ਦੇ ਵਿੱਚ ਚੰਨੀ ਸਰਕਾਰ ਨੂੰ ਘੇਰਿਆ। ਤੇ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਕੈਬਨਿਟ ਮੰਤਰੀ ਰਾਣਾ ਸੋਢੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਭੁਚਾਲ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਘਮਾਸਾਨ ਮਚਿਆ ਹੋਇਆ ਹੈ ਤੇ ਸਭ ਤੋਂ ਅਹਿਮ ਖਬਰ ਇਹ ਹੈ ਕਿ ਸਾਬਕਾ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਹੋਇਆ, ਜਿਸ ਤੋਂ ਬਾਅਦ ਇਸ ਤੇ ਲਗਾਤਾਰ ਨਵੀਂ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਪੰਜਾਬ ਸਟੇਟ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇੱਕ NDPS ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਕਾਂਗਰਸੀ ਆਗੂ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਆਖ ਰਹੇ ਨੇ ਕਿ ਹੁਣ ਮਜੀਠੀਆ ਨੂੰ ਕਿਸੇ ਵੀ ਵਕਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਅਕਾਲੀ ਦਲ ਇਸ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦੇ ਰਿਹਾ ਹੈ। ਇਸ ਦਰਮਿਆਨ ਸਾਡੀ ਕੋਲ ਮਜੀਠੀਆ ਦੇ ਖਿਲਾਫ ਦਰਜ ਹੋਈ FIR ਦੀ ਇੱਕ ਕਾਪੀ ਹੈ, ਜਿਸ ਦੇ ਵਿੱਚ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਮੋਹਾਲੀ ਦੇ ਫੇਜ਼ 4 ਦੇ ਵਿੱਚ ਇਹ FIR ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ FIR 'ਚ 3 ਧਾਰਾਵਾਂ ਲਗਾਈਆਂ ਗਈਆਂ ਨੇ ਤੇ ਇਸ ਦੇ ਵਿੱਚ 25, 27A ਅਤੇ 29 ਧਾਰਾਵਾਂ ਸ਼ਾਮਲ ਨੇ। ਤੇ ਪੁਲਿਸ ਦੇ ਸੂਤਰਾਂ ਦੀ ਜੇ ਮੰਨੀਏ ਤਾਂ ਇਹ ਮਾਮਲਾ ਸਖਤ ਹੈ ਅਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਕਿਸੇ ਵਕਤ ਵੀ ਹੋ ਸਕਦੀ ਹੈ। ਇਸ FIR ਦੇ ਵਿੱਚ ਜਗਜੀਤ ਸਿੰਘ ਚਹਿਲ, ਮਨਜਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਸਿੰਘ ਭੋਲਾ ਦਾ ਵੀ ਵਾਰ-ਵਾਰ ਜ਼ਿਕਰ ਆਉਂਦਾ ਹੈ ਤੇ 49 ਪੰਨਿਆਂ ਦੀ ਇਸ FIR ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਜਗਜੀਤ ਸਿੰਘ ਵੱਲੋਂ ਇਨਫੋਰਸਮੈਂਟ ਡਾਇਰੈਕਟਰ ਨੂੰ ਦਿੱਤੇ ਆਪਣੇ ਬਿਆਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਚੋਣਾਂ ਲਈ ਫੰਡ ਵਜੋਂ 35 ਲੱਖ ਰੁਪਏ ਦੀ ਰਕਮ ਸਾਲ 2007 ਤੋਂ ਸਾਲ 2012 ਦਰਮਿਆਨ 7 ਤੋਂ 8 ਕਿਸ਼ਤਾਂ ਦੇ ਵਿੱਚ ਦਿੱਤਾ ਗਿਆ ਸੀ। ਹਾਲਾਂਕਿ ਬਿਕਰਮ ਮਜੀਠੀਆ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਰਹੇ ਨੇ ਅਤੇ FIR ਦੇ ਵਿੱਚ ਲਿਖਿਆ ਗਿਆ ਹੈ ਕਿ ਮਾਮਲਾ ਦਰਜ ਕਰਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹਵਾਲੇ ਕੀਤਾ ਜਾਵੇਗਾ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੀ ਇਹ ਵਿਚਾਰੇਗੀ ਕਿ ਇਸ ਮਾਮਲੇ ਵਿੱਚ ਹੋਰ ਕੌਣ ਦੋਸ਼ੀ ਨੇ ਜਾਂ ਕੌਣ ਲੋਕ ਇਸ ਦੇ ਵਿੱਚ ਸ਼ਾਮਲ ਰਹੇ ਨੇ। ਇਸ ਤੋਂ ਬਿਨਾਂ ਰੇਤ ਮਾਫੀਆ ਦਾ ਜ਼ਿਕਰ ਵੀ FIR ਦੇ ਵਿੱਚ ਕੀਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਹ FIR ਸਾਲ 2013 ਅਤੇ ਸਾਲ 2017 ਦੀ STF ਦੀ ਸਟੇਟਸ ਰਿਪੋਰਟ ਦੇ ਆਧਾਰ ਤੇ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2018 ਦੀ ਫਰਵਰੀ ਦੇ ਵਿੱਚ STF ਵੱਲੋਂ ਆਪਣੀ ਸਟੇਟਸ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ। ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਮਾਮਲੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕੇਸ ਦਰਜ ਹੋਏ ਨੇ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਦੇ ਤੱਥਾਂ ਦੀ ਘੋਖ ਕਰਨ ਲਈ ਵੀ ਕਮੇਟੀ ਬਣਾਈ ਸੀ, ਲੇਕਿਨ ਸੀਲਬੰਦ ਲਿਫਾਫੇ ਦੇ ਵਿੱਚ ਬੰਦ ਇਸ ਰਿਪੋਰਟ ਨੂੰ ਕਈ ਕਾਰਨਾਂ ਕਰਕੇ ਸਰਕਾਰ ਵੱਲੋਂ ਨਹੀਂ ਖੋਲੇ ਜਾਣ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਇਸ ਵਿੱਚ ਹਾਈ ਕੋਰਟ ਦੇ ਹੁਕਮਾਂ ਦੀ ਚਰਚਾ ਵੀ ਕੀਤੀ ਗਈ। ਲੇਕਿਨ ਹਾਈ ਕੋਰਟ ਨੇ ਵੀ ਖਾਸ ਤੌਰ ਤੇ ਇਹ ਕਿਹਾ ਕਿ ਅਦਾਲਤ ਵੱਲੋਂ ਕੋਈ ਰੋਕ ਨਹੀਂ ਹੈ ਤੇ ਸਰਕਾਰ ਕਾਨੂੰਨ ਮੁਤਾਬਿਕ ਕਾਰਵਾਈ ਕਰ ਸਕਦੀ ਹੈ। ਲੇਕਿਨ ਮਾਮਲਾ ਅਜੇ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਅਤੇ ਅਗਲੀ 11 ਜਨਵਰੀ ਨੂੰ ਇਸ ਕੇਸ ਦੀ ਫਿਰ ਤੋਂ ਸੁਣਵਾਈ ਹੋਣੀ ਹੈ ਤੇ ਇਹ ਵੇਖਣਾ ਦਿਲਚਸਪ ਰਹੇਗਾ ਕਿ ਅੱਗੇ ਇਸ ਮਾਮਲੇ ਵਿੱਚ ਕੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਬਿਊਰੋ ਰਿਪੋਰਟ, ਜਗਬਾਣੀ ਟੀਵੀ। ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਉਵੇਂ ਪੰਜਾਬ ਦੀ ਰਾਜਨੀਤੀ ਵੀ ਗਰਮਾਉਂਦੀ ਜਾ ਰਹੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਫਾਰਮ ਦੇ ਵਿੱਚ ਆ ਕੇ ਤੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਨੇ ਪਹਿਲੀ ਰੈਲੀ ਕੀਤੀ ਰਾਜਪੁਰਾ ਦੇ ਵਿੱਚ ਤੇ ਇਸ ਦੌਰਾਨ ਉਹਨਾਂ ਨੇ ਚੰਨੀ ਸਰਕਾਰ ਨੂੰ ਵੀ ਘੇਰਿਆ। ਅੱਜ ਇੱਥੇ ਬਿਰਾਜਮਾਨ ਮੇਰੇ ਵੀਰੋ, ਮੇਰੇ ਭੈਣੋ, ਮੇਰੇ ਬੱਚੋ, ਅੱਜ ਬਹੁਤ ਖੁਸ਼ੀ ਹੋਈ ਹੈ ਮੈਨੂੰ ਕਿ ਮੈਂ ਇਸ शहर इतिहासिक शहर है, पर इस शहर नूं 2 बार ये नहीं बच्चे याद रखणगे, पर 2 बार तुसीं मैनू वोटां पा के जिताया। 1977 विच और 1980 विच जब मैं पार्लीमेंट लड़िया सी। लेकिन उस तो पहला मैं जावां, मैनू याद है वो दिन जिन्हां ने जग्गा जी ने अज की तुसीं क्या सी आज कि एक समय बड़ा औखा, एक बड़ी औखी घड़ी लंघी सी अपने पूरे हिंदुस्तान च, और वो सी
ਜਦੋਂ ਦੋ ਮੁਲਕ ਫਟੇ, ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ, ਔਰ ਲੋਕਾਂ ਦੀ ਲੱਖਾਂ ਦੇ ਕਈ ਕਰੋੜਾਂ ਦੇ ਤਾਦਾਦ ਦੇ ਵਿੱਚ ਲੋਕਾਂ ਨੂੰ ਆਉਣਾ ਜਾਣਾ ਪਿਆ। ਇੱਧਰਲੇ ਉੱਧਰ ਚਲੇ ਗਏ, ਉੱਧਰੋਂ ਇੱਧਰ ਚਲੇ ਗਏ। ਔਰ ਉਦੋਂ ਨਵਾਬ ਸਾਹਿਬ ਭਾਵਲਪੁਰ ਸੇ, ਉਹਨਾਂ ਦਾ ਮੇਰੇ ਪਿਤਾ ਜੀ ਨਾਲ ਕਾਫੀ ਅੱਛੀ ਸਾਂਝ ਸੀ, ਦੋਸਤੀ ਸੀ। ਉਹਨਾਂ ਨੇ ਟੈਲੀਫੋਨ ਕਰਕੇ ਉਹਨਾਂ ਨੂੰ ਕਿਹਾ, ਸਮਾਂ ਚਿੱਠੀ ਵੀ ਮੇਰੇ ਕੋਲ ਪਈ ਹੈ, ਉਦੋਂ ਟੈਲੀਫੋਨ ਘੱਟ ਚੱਲਦੇ ਸੀ, ਪਰ ਕੀਤਾ ਟੈਲੀਫੋਨ ਕਿ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਇੱਥੇ ਦੇ ਆ ਰਹੇ ਨੇ, ਤੁਸੀਂ ਪਟਿਆਲੇ 'ਚ ਇਹਨਾਂ ਨੂੰ ਇੱਥੇ ਰੱਖੋ। ਮੈਨੂੰ ਬੜਾ ਦੁੱਖ ਹੈ ਜੋ ਕੁਝ ਹੋ ਰਿਹਾ ਹੈ, ਲੇਕਿਨ ਇਹ ਹੁਣ ਸਾਡੇ ਵੱਸ ਦੀ ਗੱਲ ਨਹੀਂ। ਅਤੇ ਮੇਰੇ ਪਿਤਾ ਜੀ ਨੇ ਕਿਹਾ ਸਾਰਿਆਂ ਨੂੰ ਭੇਜ ਦਿਓ ਤੁਸੀਂ ਪਟਿਆਲੇ, ਅਸੀਂ ਉਰੇ ਰੱਖਾਂਗੇ। ਔਰ ਯਾਦ ਹੈ ਮੈਨੂੰ, ਪਹਿਲਾਂ ਆਏ, ਮੈਨੂੰ ਯਾਦ ਇਸ ਤਰੀਕੇ ਨਾਲ ਹੈ ਕਿ ਮੈਂ ਉਦੋਂ 5 ਸਾਲ ਦਾ ਸੀ, ਛੋਟੀ ਜਿਹੀ ਉਮਰ ਸੀ, ਲੇਕਿਨ 5 ਸਾਲ ਦਾ ਯਾਦ ਰੱਖ ਲੈਂਦਾ ਕਈ ਗੱਲਾਂ। ਔਰ ਜੈਸੇ ਇਹਨਾਂ ਨੇ ਦੱਸਿਆ, ਮੇਰੇ ਮਾਤਾ ਜੀ ਰਾਜ ਮਾਤਾ ਸਾਹਿਬਾ ਪੂਰੇ ਹੋ ਗਏ ਨੇ, ਲੇਕਿਨ ਉਹਨਾਂ ਦੀ ਡਿਊਟੀ ਲੱਗੀ ਸੀ ਰਿਫਿਊਜੀ ਕੈਂਪਾਂ ਦੇ ਉੱਪਰ ਰੱਖਣਾ, ਪ੍ਰਬੰਧ ਕਰਨਾ, ਰੋਟੀ ਦੇਣੀ, ਦਵਾਈ ਦੇਣੀ, ਜਿਹੜਾ ਕੁਛ ਕਰਨਾ ਪੈਂਦਾ ਸੀ ਸਭ ਕੁਝ। ਔਰ ਮੈਂ ਉਹਨਾਂ ਨਾਲ ਆਇਆ ਸੀ, ਮੈਨੂੰ ਨਹੀਂ ਪਤਾ ਸੀ ਕਿੱਥੇ ਮੈਂ ਆਇਆ ਸੀ, ਲੇਕਿਨ ਕੈਂਪ ਜ਼ਰੂਰ ਮੈਂ ਆਇਆ ਸੀ। ਔਰ ਫਿਰ ਉਹ ਮੈਂ ਗੱਲਾਂ ਕਰਦੇ ਸੀ ਅੰਦਰ ਗੱਡੀ 'ਚ, ਸੁਣਿਆ ਕਿ ਇੱਥੋਂ ਪਾਕਿਸਤਾਨ ਤੋਂ ਲੋਕ ਆਏ ਨੇ। ਰਾਜਪੁਰਾ ਯਾਦ ਹੈ ਮੈਨੂੰ, ਉਸ ਦਿਨ ਮੈਨੂੰ ਹੀਰਾ ਬਾਗ ਦੇ ਕੋਲ ਇੱਕ ਕੈਂਪ ਸੀ, ਉੱਥੇ ਯਾਦ ਹੈ। ਫਿਰ ਇੱਧਰਲੇ ਪਾਸੇ ਜਿਹੜੀ ਹੁਣ ਤਿਰਪੜੀ ਬਣ ਗਈ, ਉਸ ਜ਼ਮਾਨੇ 'ਚ ਇੱਕ ਰੇਸ ਕੋਰਸ ਹੁੰਦਾ ਸੀ, ਘੋੜਿਆਂ ਦੀ ਦੌੜ ਹੁੰਦੀ ਸੀ ਉੱਥੇ ਵਗੈਰਾ, ਉਹ ਸਾਰੇ ਦੇ ਉੱਪਰ ਕੈਂਪ ਵਿਛਾਏ ਗਏ ਸੀ। ਉਹ ਫਿਰ ਤਿਰਪੜੀ ਬਣ ਗਈ ਸੀ, ਔਰ ਉਹ ਫਿਰ ਵੱਧਦੀ ਗਈ। ਸਮਾਣੇ ਚਲੇ ਗਏ ਸੀ ਕੁਛ ਲੋਕ, ਕਿਉਂਕਿ ਸਮਾਣੇ ਦੇ ਇਲਾਕੇ 'ਚ ਕਾਫੀ ਮੁਸਲਮਾਨ ਪਿੰਡ ਸੀ, ਔਰ ਉੱਧਰ ਚਲੇ ਗਏ ਅਤੇ ਉੱਧਰੋਂ ਜਿਹੜੇ ਆਏ ਸੀ ਫਿਰ ਉੱਥੇ ਵਸਾਏ ਗਏ। ਔਰ ਐਸੇ ਹੀ ਚੱਲਦਾ ਗਿਆ। ਹਥੋੜੀ ਜਿਹੜਾ ਭਾਈਚਾਰਾ ਹੈ, ਇਹਨੇ ਹਰ ਵੇਲੇ ਬੜੀ ਤਕੜੇ ਤਰੀਕੇ ਨਾਲ ਕੰਮ ਕੀਤਾ, ਔਰ ਸਾਡੇ ਪੰਜਾਬ ਦਾ ਨਾਮ, ਪਟਿਆਲੇ ਦਾ ਨਾਮ ਰੋਸ਼ਨ ਕੀਤਾ। ਔਰ ਮੈਨੂੰ ਯਾਦ ਹੈ ਉਹ ਦਿਨ, ਛੋਟਾ ਜਿਹਾ ਹੁੰਦਾ ਸੀ ਰਾਜਪੁਰਾ, ਕੁਝ ਵੱਡਾ ਨਹੀਂ ਸੀ। ਗੇਟ ਸੀ, ਫਾਟਕ ਦੇ ਨਾਲ 2-3 ਦੁਕਾਨਾਂ ਹੁੰਦੀਆਂ ਸੀਆਂ, ਉੱਧਰਲੇ ਪਾਸੇ ਵੀ 2-3, ਇੱਧਰਲੇ ਪਾਸੇ ਵੀ 2-3। ਇਹ ਤਾਂ ਇਹ ਛੱਡੋ, 77 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜੀ ਸੀ, ਜ਼ੀਰਕਪੁਰ 'ਚ 4 ਦੁਕਾਨਾਂ ਹੁੰਦੀਆਂ ਸੀ ਖੂੰਜੇ 'ਤੇ। ਡੇਰਾਬੱਸੀ ਜਿੱਥੇ ਬੱਸ ਸਟੈਂਡ ਸੀ, ਉਹਦੇ ਨਾਲ 2-3 ਹੱਟੀਆਂ, ਲਾਲੜੂ ਨਹੀਂ ਸੀ ਕੁਛ, ਇੱਕ ਸ਼ੈੱਡ ਸੀ, 2-4 ਦੁਕਾਨਾਂ। ਮੈਂ ਇਸ ਲਈ ਕਹਿ ਰਿਹਾ ਕਿ ਕਿਸ ਤਰੀਕੇ ਨਾਲ ਇਹ ਵੱਧਦਾ ਜਾ ਰਿਹਾ ਆਪਣਾ ਕੰਮ, ਕਿੰਨੀ ਡਿਵੈਲਪਮੈਂਟ ਹੋਈ। ਮੇਰਾ ਅਖੀਰਲਾ ਪਿੰਡ ਸੀ ਲਾਲੜੂ ਦੇ ਕੋਲ, ਹੰਡੇਸਰਾ, ਬਿਲਕੁਲ ਜਾ ਕੇ ਅੰਬਾਲੇ ਦੇ ਨਾਲ ਲੱਗਦਾ ਸੀਗਾ। ਔਰ ਉਹਦੇ ਹੁਣ ਉੱਥੋਂ ਲੈ ਕੇ ਜ਼ੀਰਕਪੁਰ ਤੱਕ 1 ਗੱਜ ਜ਼ਮੀਨ ਨਹੀਂ, ਸਾਰਾ ਹੀ ਭਰ ਗਿਆ ਉੱਥੋਂ ਕੰਮ। ਇਹੀ ਰਾਜਪੁਰੇ ਦਾ ਹਿੰਮਤ ਥੋੜੀ, ਜਿਨ੍ਹਾਂ ਨੇ ਇਸ ਸ਼ਹਿਰ ਨੂੰ ਵਸਾਇਆ, ਇੱਥੇ ਡਿਵੈਲਪਮੈਂਟ 'ਤੇ ਕੰਮ ਕੀਤੇ, ਇੰਡਸਟਰੀ ਲੈ ਕੇ ਆਏ। ਔਰ ਬਾਕੀ ਵਾਹਿਗੁਰੂ ਦੇ ਹੱਥ ਹੁੰਦਾ ਕਿ ਜਿਸ ਤਰੀਕੇ ਨਾਲ ਆਪਾਂ ਆਪਣੇ ਪਰਿਵਾਰ ਉਰੇ ਸੁਖੀ ਹੈ ਔਰ ਵੱਧਦੇ ਗਏ ਨੇ। ਇਹੀ ਸਾਡੇ ਪੰਜਾਬ ਦੀ ਗੱਲ ਹੈ। ਪੰਜਾਬ 'ਚ ਸਮੱਸਿਆਵਾਂ ਬਹੁਤ ਨੇ। ਸਭ ਤੋਂ ਵੱਡੀ ਸਮੱਸਿਆ ਕਿ ਸਾਡੀ ਬਾਰਡਰ ਲੱਗਦੀ ਹੈ ਪਾਕਿਸਤਾਨ ਦੇ ਨਾਲ। ਔਰ ਉਦੋਂ ਸਾਡੇ ਮੁੱਖ ਮੰਤਰੀ ਸੇ ਬੜੇ ਦੂਰ ਅੰਦੇਸ਼ ਸਰਦਾਰ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੇ ਸੋਚਿਆ ਕਿ 47 ਦੀ ਲੜਾਈ, ਫਿਰ 62 ਦੀ ਚੀਨ ਦੇ ਨਾਲ, ਪਰ ਪੰਜਾਬ ਦੇ ਨਾਲ ਬੜੀ ਹਲਚਲ ਹੋਈ ਸੀ। 65 ਤੱਕ ਤਾਂ ਚਲੇ ਗਏ ਸੀ, ਲੇਕਿਨ ਉਹਨਾਂ ਨੇ ਸੋਚਿਆ ਕੋਈ ਇੰਡਸਟਰੀਅਲ ਬੈਲਟ ਬਣਾਉਣਾ ਹੈ ਤਾਂ ਮੈਂ ਬਾਰਡਰ ਤੋਂ ਦੂਰ ਕਰਾਂ। ਦੂਰ ਕੀਤਾ ਉਹਨਾਂ ਨੇ ਗੁੜਗਾਉਂ ਔਰ ਫਰੀਦਾਬਾਦ। ਨੁਕਸਾਨ ਸਾਡਾ ਹੋ ਗਿਆ ਉਹਦੇ 'ਚ ਕਿ ਸਾਡੀ ਇੰਡਸਟਰੀ ਜਿਹੜੀ ਰਾਜਪੁਰੇ ਦੇ ਵਿੱਚ ਜਾਂ ਖੰਨੇ ਦੇ ਵਿੱਚ ਜਾਂ ਗੋਬਿੰਦਗੜ੍ਹ ਦੇ ਵਿੱਚ ਜਾਂ ਇੱਧਰਲੇ ਪਾਸੇ GT ਰੋਡ 'ਚ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਣੀ ਚਾਹੀਦੀ ਸੀ, ਉਹ ਰੁਕੀ। ਪਰ ਕੀਤਾ ਉਹਨਾਂ ਨੇ ਇਸ ਲਈ ਕਿ ਪਤਾ ਨਹੀਂ ਕਿ ਪਾਕਿਸਤਾਨ ਦੇ ਨਾਲ ਕਦ ਛਿੜ ਜਾਣੀ ਹੈ। ਔਰ ਛਿੜੀ
65 ਵਿੱਚ ਛਿੜੀ, 71 ਵਿੱਚ ਛਿੜੀ, ਫਿਰ ਕਾਰਗਿਲ ਦੀ ਲੜਾਈ ਆਈ, ਬਸ ਕਰਦਾ ਰਿਹਾ ਸਭ ਕੁਝ ਕੰਮ। ਹੁਣ ਸਾਡੀ ਕੋਸ਼ਿਸ਼ ਹੋਈ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਧਾਈਏ। ਔਰ ਮੈਨੂੰ ਖੁਸ਼ੀ ਹੈ, ਕਹਿੰਦੇ ਕਿ ਮੈਂ ਜਦੋਂ 4.5 ਸਾਲ ਪਹਿਲਾਂ ਉਰੇ ਮੁੱਖ ਮੰਤਰੀ ਬਣਿਆ, ਮੈंने टारगेट दिता सी अपने गवर्नमेंट ਨੂੰ कि 1 ਲੱਖ ਕਰੋੜ रुपया धरती ਤੇ लगना चाहिए इंडस्ट्री वास्ते। और थोनू खुशी होएगी सुन के कि सितंबर जदों मैं छड्डिया 18 सितंबर ਨੂੰ, ਉਸ ਤੋਂ ਪਹਿਲਾਂ 1 ਲੱਖ ਕਰੋੜ धरती ਤੇ ਲੱਗ गई सी। MOE नहीं, समझौते नहीं, असल धरती के उपर बिल्डिंगां बनन लग गई सी। ਇਹਦੀ ਲੋੜ क्यों? क्योंकि ਆਪਾਂ एक किसानी का एक साडा सूबा है, पर किसानी दे नाल ये जिहड़ी नवा युग आ रहा है, ਉਹਦੇ ਵਿੱਚ ਆਪਾਂ ਭਵਿੱਖ ਨਹੀਂ ਬਣਾ ਸਕਦੇ ਸਾਡੇ ਬੱਚਿਆਂ ਦਾ। और की हो रहा है, ਅੱਜ ਬੱਚੇ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ। ਕਿਸੇ ਦੇ ਕੋਲ 4 ਕਿੱਲੇ ਹੈ, 1-2 ਕਿਲੋ ਕਿੱਲੇ ਬਗਵਾ ਕੇ ਆਪਣੇ ਮਾਪਿਆਂ ਦਾ ਬਾਹਰ। और मैं ਚਾਹੁੰਦਾ कि ਸਾਡੇ ਬੱਚੇ ਬਾਹਰ ਨਾ ਜਾਣ, ਇੱਥੇ ਇੰਡਸਟਰੀ ਵਧੇ ਔਰ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਮਿਲਣ ਤਾਂ ਕਿ ਆਪਣੇ ਪਰਿਵਾਰਾਂ ਨਾਲ ਰਹਿ ਸਕਣ, ਔਰ ਬਾਹਰ ਜਾਣ ਦਾ ਕੋਈ ਲੋੜ ਨਹੀਂ। ਇਸ ਵੇਲੇ ਨਹੀਂ ਹੋ ਰਿਹਾ ਸੀ। ਔਰ ਇਹ ਅਸੀਂ ਜਿਹੜਾ ਕੁਝ ਕੀਤਾ, ਔਰ ਇਹ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਕੋਈ ਇੱਥੇ ਨੌਕਰੀਆਂ ਨਹੀਂ ਮਿਲੀਆਂ, ਤੁਹਾਨੂੰ ਸ਼ਾਇਦ ਹੈਰਾਨੀ ਹੋਏਗੀ ਕਿ ਜਿਹੜੇ ਕਿਸਾਨ ਅਸੀਂ ਨੇ ਜਿਹੜੇ ਨੌਕਰੀ ਦੇ ਮੇਲੇ ਕੀਤੇ ਸੀ, ਉਹਨਾਂ ਦੇ ਵਿੱਚ ਅਸੀਂ ਤਕਰੀਬਨ 20 ਲੱਖ ਬੱਚਿਆਂ ਨੂੰ ਨੌਕਰੀ ਦੇ ਬੈਠੇ। पिछले 4.5 साल सरकारी नौकरियां इन्नी नहीं सी, 1,65,000 असी दित्तियां। उस तो बाद जिहड़ियां दूजियां दित्तियां वो असी फैसिलिटेट किया इंडस्ट्री नाल। और मैनूं याद है एक बार मैं दे रहा सी सर्टिफिकेट, और एक छोटी जी बच्ची सी, वो इनफॉर्मेशन टैक्नोलॉजी दे विच कोई कंपनी उन्होंने रखिया। और तुहानूं पता है स्कूल निकली हुणी ट्रेनिंग तो बाद आई सी, ਉਹਨੂੰ 43 ਲੱਖ ਦਾ ਪੈਕੇਜ ਉਹਨੂੰ ਦਿੱਤਾ। ਸੋ ਸਾਡੀ ਕੋਸ਼ਿਸ਼ ਹਰ ਵੇਲੇ ਹੋਈ ਹੈ ਕਿ ਉਰੇ ਹੀ ਸਾਡੇ ਬੱਚੇ ਟਿਕਣ, ਔਰ ਇੱਥੇ ਹੀ ਡਿਵੈਲਪਮੈਂਟ ਹੋਵੇ, ਔਰ ਇੱਥੇ ਹੀ ਇੰਡਸਟਰੀ ਲੱਗੇ, ਇੱਥੇ ਹੀ ITIs ਲੱਗਣ, ਇੱਥੇ ਹੀ ਯੂਨੀਵਰਸਿਟੀਆਂ ਲੱਗਣ। ਅੱਜ 2 ਪ੍ਰਾਈਵੇਟ ਯੂਨੀਵਰਸਿਟੀਆਂ ਚੰਡੀਗੜ੍ਹ 'ਚ ਕੰਪਲੀਸ਼ਨ ਹੋਣੀਆਂ, MIT ਯੂਨੀਵਰਸਿਟੀ, ਔਰ ਜਿਹੜੀ ਸਾਡੀ ਯੂਨੀਵਰਸਿਟੀ ਅਸ਼ੋਕਾ ਹੈ ਦਿੱਲੀ ਦੇ ਵਿੱਚ, ਉਹਨਾਂ ਦੀ ਇੱਕ ਲਾਕਸ਼ਾ ਯੂਨੀਵਰਸਿਟੀ ਉਹ ਵੀ ਲੱਗ ਰਹੀ ਹੈ ਉੱਥੇ। ਪਟਿਆਲੇ ਦੇ ਵਿੱਚ 3 ਯੂਨੀਵਰਸਿਟੀਆਂ ਆ ਚੁੱਕੀਆਂ, ਮੈਡੀਕਲ ਕਾਲਜ ਵੀ ਆ ਰਹੇ ਹੈ, ਸਭ ਤਾਂ ਕਿ ਟ੍ਰੇਨ ਕਰਕੇ ਸਾਡੇ ਬੱਚੇ ਹੀ ਇੱਥੇ ਨੌਕਰ ਲੱਗਣ, ਔਰ ਉਹਨਾਂ ਦੇ ਵਾਸਤੇ ਇੰਡਸਟਰੀ। ਫਿਰ ਕਈ ਚੀਜ਼ਾਂ ਗਵਰਨਮੈਂਟ ਕਰਦੀ ਰਹਿੰਦੀ ਹੈ। ਮੇਰਾ ਹਰ ਵੇਲੇ ਧਿਆਨ ਸੀ ਨੌਕਰੀਆਂ ਵਾਸਤੇ, ਦੂਜਾ ਮੇਰਾ ਧਿਆਨ ਸੀ ਸਿਹਤ ਵਾਸਤੇ। ਇਹ ਜ਼ਰੂਰ ਹੈ ਕਿ ਐਜੂਕੇਸ਼ਨ ਦੇ ਵਿੱਚ ਅਸੀਂ ਹੁਣ ਬਹੁਤ ਪ੍ਰਾਇਮਰੀ ਐਜੂਕੇਸ਼ਨ ਵਿੱਚ ਕਾਲਜਾਂ ਦੀ ਤਾਂ ਮੈਂ ਗੱਲ ਕਰ ਲਈ, ਉਹਦੇ ਵਿੱਚ ਸਾਡਾ ਕਾਫੀ ਵਾਧਾ ਹੋਇਆ। ਵਾਧਾ ਇਸ ਕਰਕੇ ਇਸ ਲਈ ਔਰ ਐਸੇ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਛੱਡ ਕੇ ਗਵਰਨਮੈਂਟ ਸਕੂਲਾਂ 'ਚ ਆ ਰਹੇ ਨੇ, ਔਰ ਜਿੰਨੀਆਂ ਅਸੀਂ ਉੱਥੇ ਸਕੂਲਾਂ ਦੇ ਵਿੱਚ ਸਮਾਰਟ ਸਕੂਲਸ ਬਣਾਏ ਵਗੈਰਾ, ਅੱਜ 22,000 ਸਕੂਲ ਨੇ ਪਟਿਆਲੇ 'ਚ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ, ਉਹਨਾਂ ਨੂੰ ਅਸੀਂ 16,000 ਤੱਕ ਪ੍ਰਾਇਮਰੀ ਸਕੂਲ ਤੇ ਪਹੁੰਚਾਤੇ ਸੀ। ਚੋਣਾਂ ਤੋਂ ਪਹਿਲਾਂ ਲਗਾਤਾਰ ਰਾਜਨੀਤਿਕ ਪਾਰਟੀਆਂ ਨੂੰ ਝਟਕੇ ਮਿਲ ਰਹੇ ਨੇ। ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਦਰਅਸਲ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ। ਚਰਨਜੀਤ ਸਿੰਘ ਚੰਨੀ ਇੱਕ ਬੜੀ ਚੰਗੀ ਸੋਚ ਦੇ ਇਨਸਾਨ ਨੇ, ਲੇਕਿਨ ਉਹਨਾਂ ਦੀ ਚੱਲ ਹੀ ਨਹੀਂ ਰਹੀ। ਬਾਤ तो ये है कि आपस 'ਚ ਇੰਨਾ ਜ਼ਿਆਦਾ ਝਗੜਾ ਹੈ ਕਿ ਚਰਨਜੀਤ ਚੰਨੀ ਜੀ ਕਹਿੰਦੇ ਮੈਂ ਸੱਜੇ ਨੂੰ ਜਾਵਾਂਗਾ ਤੇ ਨਵਜੋਤ ਸਿੰਘ ਜੀ ਕਹਿੰਦੇ ਮੈਂ ਖੱਬੇ ਨੂੰ ਜਾਵਾਂਗਾ। ਇਹ ਤਾਂ ਆਪਸ ਦੀ ਲੜਾਈ ਹੈ। ਸੋ ਉਹਦੇ ਵਿੱਚ ਚੰਨੀ ਕੀ ਕਰੇਗਾ, ਕੋਈ ਹੋਰ ਕੀ ਕਰੇਗਾ? ਉਹ ਤਾਂ ਇੱਕ ਮਹਿਜ਼ ਇੱਕ ਕਾਂਗਰਸ ਪਾਰਟੀ ਤਮਾਸ਼ਾ ਬਣ ਚੁੱਕੀ ਹੈ। ਤਾਂ ਕਿਸਾਨ ਨੂੰ ਇੱਕ ਐਸਾ ਯਕੀਨ ਹੋ ਗਿਆ ਕਿ ਇਹ ਸ਼ਖਸ ਜੋ ਅੱਜ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸ਼੍ਰੀ ਨਰਿੰਦਰ ਮੋਦੀ ਜੀ, ਇਹ ਕਿਸਾਨਾਂ ਦੇ ਬਾਰੇ ਸੋਚਣ ਲੱਗ ਪਿਆ। ਉਹਨੇ ਮਹਿਸੂਸ ਕਰ ਲਿਆ ਕਿ ਕਿਸਾਨਾਂ ਦੀ ਇਹ ਮੰਗ ਸਹੀ ਸੀ। ਸੋ ਇਸ ਕਰਕੇ ਯਕੀਨ ਬਣ ਗਿਆ।
तो ये यकीन जिहड़ा हौली हौली पंजाब 'ਚ भी बनेगा। ਪੰਜਾਬ ਦੇ ਵਿੱਚ 2022 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੋ ਗਿਆ ਹੈ। ਆਇਆ ਆਰਾਮ ਗਿਆ ਆਰਾਮ ਦੀ ਰਾਜਨੀਤੀ ਵੀ ਸੂਬੇ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਬਣੀ ਨਵੀਂ ਸਰਕਾਰ ਦੇ ਵਿੱਚ ਗੁਰਮੀਤ ਸੋਢੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਤੇ 4 ਵਾਰ ਤੋਂ ਗੁਰੂ ਹਰਸਰਾਏ ਤੋਂ ਵਿਧਾਇਕ ਰਹੇ ਰਾਣਾ ਗੁਰਮੀਤ ਸੋਢੀ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸੀ ਤੇ ਗੁਰੂ ਹਰਸਰਾਏ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸੋਢੀ ਨੇ ਪਾਰਟੀ ਦੀ ਮੂਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ। ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਖੱਤ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਵਿੱਚ ਚੱਲ ਰਹੀ ਕਲਾ ਤੋਂ ਪਰੇਸ਼ਾਨ ਹਨ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਲਗਾਤਾਰ 40 ਵਰ੍ਹਿਆਂ ਤੋਂ ਕਾਂਗਰਸ ਦੇ ਵਿੱਚ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹ ਖੇਡ ਮੰਤਰੀ ਸੀ ਤੇ 2002 ਤੋਂ ਲੈ ਕੇ 2017 ਤੱਕ ਉਹ ਗੁਰੂ ਹਰਸਰਾਏ ਦੇ ਵਿੱਚ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤਦੇ ਰਹੇ। ਪੰਜਾਬ ਦੇ ਵਿੱਚ ਜਿੱਥੇ ਕਾਂਗਰਸ ਦੇ ਵਿੱਚ ਅੰਤਰਕਲਾ ਵੇਖਣ ਨੂੰ ਮਿਲਦੀ ਹੈ ਤੇ ਦੂਜੇ ਪਾਸੇ ਸੋਢੀ ਮੰਗਲਵਾਰ ਨੂੰ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਭੁਪਿੰਦਰ ਸਿੰਘ ਯਾਦਵ ਦੀ ਅਗਵਾਈ ਹੇਠਾਂ ਭਾਜਪਾ 'ਚ ਸ਼ਾਮਿਲ ਹੋ ਗਏ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਹਿੱਤ ਲਈ ਇਹ ਫੈਸਲਾ ਲਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਹੀ ਪੰਜਾਬ ਨੂੰ ਬਚਾ ਸਕਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਸੂਬੇ ਦੀ ਸੁਰੱਖਿਆ ਤੇ ਸੰਪਰਦਾਇਕ ਸਦਭਾਵ ਨੂੰ ਦਾਅ ਤੇ ਲਗਾ ਦਿੱਤਾ ਹੈ। ਕਾਂਗਰਸ ਦੀ ਧਰਮ ਨਿਰਪੇਖ ਦੀ ਛਵੀ ਹੁਣ ਪੂਰੀ ਤਰ੍ਹਾਂ ਧਵਸਤ ਹੋ ਗਈ ਹੈ। ਕਾਂਗਰਸ ਦੇ ਵਿੱਚ ਅੰਦਰੂਨੀ ਕਲਾ ਪੰਜਾਬ ਦੇ ਲਈ ਖਤਰਨਾਕ ਸਥਿਤੀ ਪੈਦਾ ਕਰ ਰਹੀ ਹੈ ਕਿ ਮੈਂ ਸੋਚਦਾ ਕਿ ਬੀਜੇਪੀ ਦੀ ਲੀਡਰਸ਼ਿਪ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜੀ, ਗ੍ਰਹਿ ਮੰਤਰੀ ਜੀ ਔਰ ਬਾਕੀ ਦੇ ਲੀਡਰ ਸਾਹਿਬਾਨ, ਮਿਨਿਸਟਰ ਸਾਹਿਬਾਨ ਜੋ ਇਸ ਵੇਲੇ ਫੈਸਲੇ ਕਰ ਰਹੇ ਨੇ ਉਹ ਪੰਜਾਬ ਦੇ ਹਿੱਤ ਵਿੱਚ ਆਉਣ ਵਾਲੇ ਸਮੇਂ 'ਚ ਫੈਸਲੇ ਲੈਣਗੇ ਜਿਹਦੇ ਨਾਲ ਪੰਜਾਬ ਦਾ ਅਮਨ ਚੈਨ, ਪੰਜਾਬ ਦਾ ਫਾਰਮਰ, ਕਿਸਾਨ ਤੇ ਪੰਜਾਬ ਦੇ ਨੌਜਵਾਨ ਸੁਰੱਖਿਅਤ ਰਹਿਣਗੇ। ਔਰ ਇਸੇ ਤਰ੍ਹਾਂ ਹੀ ਮੈਂ ਕਹਿ ਰਿਹਾ ਕਿ ਹੁਣ ਵਕਤ ਹੈ ਕਿ ਪੰਜਾਬ ਦੇ ਵਿੱਚ ਇੱਕ ਸਟਰੋਂਗ, ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਇੱਕ ਐਸੀ ਪਾਰਟੀ ਦੀ ਲੋੜ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਨਾ ਕਰੇ, ਲੋਕਾਂ ਦਾ ਬੇਵਕੂਫ ਨਾ ਬਣਾਏ ਔਰ ਲੋਕਾਂ ਦੇ ਨਾਲ ਉਹ ਗੱਲ ਕਰੇ ਜਿਹਦੇ ਨਾਲ ਪੰਜਾਬ ਦਾ ਭਲਾ ਹੋਵੇ, ਪੰਜਾਬ ਦੇ ਨੌਜਵਾਨ ਦਾ ਭਲਾ ਹੋਵੇ, ਪੰਜਾਬ ਦੇ ਕਿਸਾਨਾਂ ਦਾ ਭਲਾ ਹੋਵੇ ਔਰ ਪੰਜਾਬ 'ਚ ਅਮਨ ਸ਼ਾਂਤੀ ਰਹੇ। ਨਾਲ ਹੀ ਉਹਨਾਂ ਨੇ ਕਿਹਾ ਕਿ ਵਰਤਮਾਨ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਵਿਵਾਦ ਮਗਰੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੀਐਮ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਲਗਾਇਆ ਗਿਆ ਸੀ। ਇਸ ਤੋਂ ਬਾਅਦ ਨਵਾਂ ਮੰਤਰੀ ਮੰਡਲ ਬਣਾਇਆ ਗਿਆ ਸੀ ਜਿਸ ਦੇ ਵਿੱਚ ਕੈਪਟਨ ਸਰਕਾਰ ਦੇ ਵਿੱਚ ਖੇਡ ਮਾਮਲਿਆਂ ਦੇ ਮੰਤਰੀ ਰਹਿ ਚੁੱਕੇ ਰਾਣਾ ਗੁਰਮੀਤ ਸੋਢੀ ਨੂੰ ਕੋਈ ਜਗ੍ਹਾ ਕੈਬਨਿਟ ਦੇ ਵਿੱਚ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਰਾਣਾ ਗੁਰਮੀਤ ਸੋਢੀ ਨੇ ਚਰਨਜੀਤ ਸਿੰਘ ਚੰਨੀ ਦੇ ਸੀਐਮ ਬਣਨ ਤੋਂ ਬਾਅਦ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਹੁਣ ਸਪਸ਼ਟ ਹੋ ਗਿਆ ਹੈ ਕਿ ਮੁਲਾਕਾਤ ਸਿਰੇ ਨਹੀਂ ਚੜ੍ਹ ਪਾਈ ਤੇ ਇਸੇ ਦੇ ਚਲਦਿਆਂ ਹੁਣ ਭਾਜਪਾ ਦੇ ਵਿੱਚ ਗੁਰੂ ਹਰਸਰਾਏ ਤੋਂ 4 ਵਾਰ ਦੇ ਕਾਂਗਰਸੀ ਵਿਧਾਇਕ ਤੇ 40 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਰਾਣਾ ਗੁਰਮੀਤ ਸਿੰਘ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਬਿਊਰੋ ਰਿਪੋਰਟ, ਜਗਬਾਣੀ ਟੀਵੀ। 24 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਮਹਿਜ਼ ਇੱਕ ਦਿਨ ਹੀ ਬਚਿਆ ਹੈ ਤੇ ਇਸੇ ਦੇ ਚੱਲਦਿਆਂ ਡੀਸੀ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ। सर इलेक्शन 24 तारीख को है चंडीगढ़ में, इसके लिए किस तरह की तैयारियां प्रशासन द्वारा की गई? देखिए, ज़िला प्रशासन के द्वारा नगर निगम चुनाव की 24 दिसंबर की बहुत तैयारियां की गई हैं सभी, परंतु मैं चंडीगढ़ के सभी निवासियों से यही आग्रह करूंगा कि इस दिन को हम ज़रूर इस्तेमाल करें और इसको एक छुट्टी का दिन ना मानते हुए इस दिन आएँ और अपना जो नियरेस्ट पोलिंग बूथ है जहाँ हमारा वोट है उसको ज़रूर हम अपना वोट डालें, क्योंकि ये मौका हमें हर 5 साल बाद में ही मिलता है और जो हमारे वोट डालने के बाद सरकार बनेगी वो हमारे एक निर्णय से ली हुई सरकार होगी और अवश्य इस अपॉर्चुनिटी को सभी हम जो यहाँ के वोटर्स हैं उसको ज़रूर निभाएं। कुछ सेंसिटिव बूथ भी हैं सर, उसके लिए किस तरह की तैयारी की गई है? देखिए, टाइम क्या रहेगा? देखिए, सिक्योरिटी के ध्यान में रखते हुए और जो पीछे पास्ट इंसिडेंट्स रहे हैं उनको भी ध्यान में रखते हुए कुछ हमने बूथ सेंसिटिव नोटिफाई किए हैं। आज उसकी रिव्यू मीटिंग भी सभी सिक्योरिटी एजेंसीज़ और एक्साइज टैक्सेशन विभाग के अधिकारियों के साथ हम लोग आज करेंगे और उसकी जो पूरा
एक प्लान है ताकि उस तरह किसी तरह की कोई घटना ना हो और वहाँ एक फ्री फेयर तरीके से चुनाव हो, उसके प्रबंध किए जाएंगे। सर टाइमिंग क्या रहेगा? मतदान की टाइम सुबह 7:30 से 5 बजे तक का समय रहेगा। सर इलेक्शन 24 तारीख को है चंडीगढ़ में, इसके लिए किस तरह की तैयारियां प्रशासन द्वारा की गई? देखिए, ज़िला प्रशासन के द्वारा नगर निगम चुनाव की 24 दिसंबर की बहुत तैयारियां की गई हैं सभी, परंतु मैं चंडीगढ़ के सभी निवासियों से यही आग्रह करूंगा कि इस दिन को हम ज़रूर इस्तेमाल करें और इसको एक छुट्टी का दिन ना मानते हुए इस दिन आएँ और अपना जो नियरेस्ट पोलिंग बूथ है जहां हमारा वोट है उसको ज़रूर हम अपना वोट डालें, क्योंकि ये मौका हमें हर 5 साल बाद में ही मिलता है और जो हमारे वोट डालने के बाद सरकार बनेगी वो हमारे एक निर्णय से ली हुई सरकार होगी और अवश्य इस अपॉर्चुनिटी को सभी हम जो यहाँ के वोटर्स हैं उसको ज़रूर निभाएं। कुछ सेंसिटिव बूथ भी हैं सर, उसके लिए किस तरह की तैयारियां की गई हैं? देखिए, टाइम क्या रहेगा? देखिए, सिक्योरिटी के ध्यान में रखते हुए और जो पीछे पास्ट इंसिडेंट्स रहे हैं उनको भी ध्यान में रखते हुए कुछ हमने बूथ सेंसिटिव नोटिफाई किए हैं। आज उसकी रिव्यू मीटिंग भी सभी सिक्योरिटी एजेंसीज़ और एक्साइज टैक्सेशन विभाग के अधिकारियों के साथ हम लोग आज करेंगे और उसकी जो पूरा एक प्लान है ताकि उस तरह किसी तरह की कोई घटना ना हो और वहाँ एक फ्री फेयर तरीके से चुनाव हो, उसके प्रबंध किए जाएंगे। सर टाइमिंग क्या रहेगा? मतदान की टाइम सुबह 7:30 से 5 बजे तक का समय रहेगा। ਉਧਰ ਸੰਯੁਕਤ ਕਰਮਚਾਰੀ ਸੰਘ ਵੱਲੋਂ ਚੰਡੀਗੜ੍ਹ ਦੇ ਵਿੱਚ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ। ਉਹਨਾਂ ਨੇ ਸਰਕਾਰ ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਤੇ ਨਾਲੋਂ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਆਪਣਾ ਪ੍ਰਦਰਸ਼ਨ ਹੈ ਜੋ ਸੰਘਰਸ਼ ਹੈ ਉਸ ਨੂੰ ਹੋਰ ਜ਼ਿਆਦਾ ਤੇਜ਼ ਕਰ ਸਕਦੇ ਨੇ। ਚੰਡੀਗੜ੍ਹ ਦੇ ਵਿੱਚ ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਸੰਯੁਕਤ ਕਰਮਚਾਰੀ ਸੰਘ ਯੂਟੀ ਅਤੇ ਐਮਸੀ ਚੰਡੀਗੜ੍ਹ ਵੱਲੋਂ ਸ਼ਿਵਾਲਿਕ ਵਿਊ ਗਰਾਊਂਡ ਸੈਕਟਰ 17 ਦੇ ਵਿੱਚ ਰੋਸ ਪ੍ਰਦਰਸ਼ਨ ਰੈਲੀ ਕੀਤੀ ਗਈ ਤੇ 21 ਦਸੰਬਰ ਨੂੰ ਇਹ ਰੈਲੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੀਤੀ ਗਈ। ਸੰਯੁਕਤ ਕਰਮਚਾਰੀ ਮੋਰਚੇ ਵੱਲੋਂ ਆਪਣੀਆਂ ਮੰਗਾਂ ਦੇ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਦੀਆਂ ਯੂਨੀਅਨਾਂ ਦੇ ਨਾਲ ਭਾਰੀ ਸੰਖਿਆ ਦੇ ਵਿੱਚ ਇਸ ਮੌਕੇ ਰੋਸ ਮੁਜ਼ਾਹਰਾ ਕੀਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਠੇਕੇ ਉੱਤੇ ਭਰਤੀ ਕੀਤੇ ਗਏ ਵਰਕਰਾਂ ਨੂੰ ਪੱਕਾ ਕਰਨ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਸਮਾਨ ਕੰਮ ਦੇ ਸਮਾਨ ਤਨਖਾਹ ਦੇਣ ਤੇ ਸਿਟੀਯੂ ਅਤੇ ਬਿਜਲੀ ਮਹਿਕਮੇ ਦੇ ਨਿੱਜੀਕਰਨ ਦੇ ਵਿਰੋਧ ਅਤੇ ਕਿਲੋਮੀਟਰ ਸਕੀਮ ਦੇ ਨਿੱਜੀਕਰਨ ਦੇ ਖਿਲਾਫ ਚੱਲ ਰਹੇ ਸਿਟੀਯੂ ਵਰਕਰ ਯੂਨੀਅਨ ਦੇ ਕਾਮਿਆਂ ਨੇ ਵੀ ਇਸ ਦੇ ਵਿੱਚ ਭਾਗ ਲਿਆ। ਯੂਟੀ ਐਂਡ ਐਮਸੀ ਵੱਲੋਂ ਜਿਹਦੇ ਵਿੱਚ ਚੰਡੀਗੜ੍ਹ ਦੀਆਂ ਪ੍ਰਮੁੱਖ 6 ਫੈਡਰੇਸ਼ਨਾਂ ਵੱਲੋਂ ਕਰਮਚਾਰੀਆਂ ਦੀ ਮੰਗਾਂ ਨੂੰ ਲੈ ਕੇ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਆ। ਪ੍ਰਦਰਸ਼ਨ ਦੇ ਵਿੱਚ ਮੇਜਰ ਮੰਗਾਂ ਸਾਡੀਆਂ ਜਿਹੜੇ ਸਾਡੇ ਕੰਟਰੈਕਚੁਅਲ ਵਰਕਰ ਜਾਂ ਆਊਟਸੋਰਸ ਵਰਕਰ, ਡੇਲੀ ਵੇਜ ਵਰਕਰ, ਇਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਦੀ ਮੰਗ ਆ। ਇਸੇ ਤਰ੍ਹਾਂ C2 ਵਿਭਾਗ ਜਿਹੜਾ ਕਿਲੋਮੀਟਰ ਸਕੀਮ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਆਊਟਸੋਰਸਿੰਗ ਤੇ ਬੱਸਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਡੀ ਇਹ ਮੰਗ ਆ ਕਿ ਉਹ ਜਿਹੜਾ ਟੈਂਡਰ ਲਿਆਂਦਾ ਜਾ ਰਿਹਾ ਹੈ ਕਿਲੋਮੀਟਰ ਸਕੀਮ ਦਾ, ਉਹ ਇਮੀਡੀਏਟ ਜਿਹੜਾ ਰੱਦ ਹੋਣਾ ਚਾਹੀਦਾ। ਨਾਲ ਦੀ ਨਾਲ ਹੀ ਜਿਹੜੇ ਚੰਡੀਗੜ੍ਹ ਦੇ ਮੁਲਾਜ਼ਮ ਆ ਉਹਨਾਂ ਦੇ ਉੱਪਰ ਪੰਜਾਬ ਦੇ ਰੂਲ ਲੱਗਦੇ ਨੇ। ਪੰਜਾਬ ਦੇ ਰੂਲਾਂ ਦੇ ਤਹਿਤ ਮੁਲਾਜ਼ਮਾਂ ਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਨੇ ਕਿਸੇ ਦੀ ਡੈਥ ਹੋ ਜਾਂਦੀ ਆ ਉਹਦੇ ਤਹਿਤ 5% ਸੀਲਿੰਗ ਲੈ ਕੇ ਸੈਂਟਰ ਦੇ ਸਾਡੇ ਰੂਲ ਆ ਜਾਂਦੇ ਆ। ਸਾਡੀ ਮੰਗ ਆ ਕਿ ਪੰਜਾਬ ਪੈਟਰਨ ਦੇ ਉੱਤੇ ਸਾਡੇ ਕਰਮਚਾਰੀ ਜਿਹੜੇ ਡੈਥ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਚੱਲ ਰਿਹਾ। ਜੇਕਰ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਵੀ ਸਾਡੇ ਨਾਲ ਗੱਲਬਾਤ ਕਰਕੇ ਮੰਗਾਂ ਨੂੰ ਪੂਰੀਆਂ ਨਹੀਂ ਕੀਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਜਿਹੜਾ ਵੱਡਾ ਪ੍ਰਦਰਸ਼ਨ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਕੀਤਾ ਜਾਊਗਾ। ਦੇਖੋ, ਠੇਕੇਦਾਰੀ ਪ੍ਰਥਾ ਸਾਡੀ ਮੰਗ ਆ ਕਿ ਜਿਹੜੇ ਠੇਕੇਦਾਰ ਦੇ ਸਾਡੇ ਮੁਲਾਜ਼ਮ ਆ ਉਹ ਬਿਲਕੁਲ ਠੇਕੇਦਾਰੀ ਪ੍ਰਥਾ ਬੰਦ ਹੋਣੀ ਚਾਹੀਦੀ ਆ। ਜਿਹੜੇ ਵੀ ਮੁਲਾਜ਼ਮ ਜੀ ਇਹਨਾਂ ਭਰਤੀ ਕਰਨੀ ਆ ਠੇਕੇਦਾਰਾਂ ਦੇ ਥਰੂ ਨਾ ਕੀਤੀ ਜਾਏ। ਮੁਲਾਜ਼ਮਾਂ ਦੀ ਭਰਤੀ ਜਿਹੜਾ ਆ ਪ੍ਰਸ਼ਾਸਨ ਆਪਣੇ ਤਹਿਤ ਕੀਤਾ ਜਾਵੇ। ਆਪਣੇ ਤਹਿਤ ਇਹਨਾਂ ਨੂੰ ਕੰਮ ਕਰਕੇ ਉਹਨਾਂ ਨੂੰ ਜਿਹੜਾ ਸਮਾਨ ਵੇਤਨ ਦਿੱਤਾ। ਅੱਜ ਉਹਨਾਂ ਦਾ ਬਿਲਕੁਲ ਸ਼ੋਸ਼ਣ ਹੋ ਰਿਹਾ। ਜਿਹੜੇ ਵੀ ਜ਼ਿੰਮੇਦਾਰ ਠੇਕੇਦਾਰ ਆਉਂਦੇ ਆ 20-25 ਹਜ਼ਾਰ ਰੁਪਏ ਲੈ ਕੇ ਜੋ ਟੈਂਡਰ ਚੰਦਾ ਲੈਂਦੇ ਨੇ, ਜਿਹੜੇ ਤੇ ਪੈਸੇ ਦੇ ਦਿੰਦੇ ਆ ਉਹਨਾਂ ਨੂੰ ਰੱਖ ਲਿਆ ਜਾਂਦਾ। ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਮੁਲਾਜ਼ਮ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਜਾਂਦਾ। ਨਾਲ ਦੀ ਨਾਲੇ ਇਹਨਾਂ ਜਿਹੜੀ ਪੇ ਆ ਅੱਜ 21 ਤਰੀਕ ਹੋ ਗਈ ਆ, ਠੇਕੇਦਾਰ ਮੁਲਾਜ਼ਮਾਂ ਨੂੰ ਅਜੇ ਤੱਕ ਜਿਹੜੇ ਉਹਨਾਂ ਨੂੰ ਪੇ ਵੀ ਨਹੀਂ ਮਿਲੀ। ਬਿਲਕੁਲ ਇਹਨਾਂ ਦਾ ਸ਼ੋਸ਼ਣ ਹੋਇਆ। ਕੈਜੂਅਲੀ ਜਿਹੜੀ 15 ਮਿਲਦੀ ਆ ਠੇਕੇਦਾਰ ਮੁਲਾਜ਼ਮ ਨੂੰ, ਉਹਦੀ ਕੈਜੂਅਲ ਲੀਵ ਜਿਹੜੀ ਆ ਉਹਨਾਂ ਮੁਲਾਜ਼ਮਾਂ ਨੂੰ ਦਿੱਤੀ। ਅਸੀਂ ਕਹਿ ਸਕਦੇ ਆ ਅੱਜ ਸਭ ਤੋਂ ਜ਼ਿਆਦਾ ਸ਼ੋਸ਼ਣ ਆ
ਉਹ ਜਿਹੜਾ ਆਊਟਸੋਰਸਿੰਗ ਮੁਲਾਜ਼ਮ ਜਿਹੜੇ ਠੇਕੇਦਾਰ ਮੁਲਾਜ਼ਮ ਆ ਉਹਨਾਂ ਦਾ ਹੋਇਆ। ਦੂਸਰੀ ਇੱਕ ਮੰਗ ਰੱਖੀ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲੋਂ, ਜਿਹੜਾ ਐਕਟ ਪੰਜਾਬ ਸਰਕਾਰ ਨੇ ਜਿਹੜਾ ਪਾਸ ਕੀਤਾ ਆ 2021 ਐਕਟ ਡੇਲੀ ਵੇਜ ਨੂੰ ਰੈਗੂਲਰ ਕਰਨ ਦਾ, ਕੰਟਰੈਕਚੁਅਲ ਵਰਕ ਨੂੰ ਰੈਗੂਲਰ ਦਾ, ਅਡੌਕ ਵਰਕ ਨੂੰ ਰੈਗੂਲਰ ਕਰਨ ਦਾ ਉਹ ਐਕਟ ਆ, ਉਹ ਚੰਡੀਗੜ੍ਹ ਦੇ ਵਿੱਚ ਵੀ ਇੱਥੇ ਜਿਹੜਾ ਐਕਟ ਨੂੰ ਜਿਹੜਾ ਲਾਇਆ ਜਾਏ ਤਾਂ ਜੋ ਸਾਡੇ ਮੁਲਾਜ਼ਮ ਜਿਹੜੇ ਕੰਟਰੈਕਚੁਅਲ ਜਿਹੜੇ ਵਰਕਰ ਨੇ ਉਹ ਜਿਹੜੇ ਸਾਰੇ ਮੁਲਾਜ਼ਮ ਜਿਹੜੇ ਰੈਗੂਲਰ ਹੋ ਸਕਣ। ਸਾਡੇ 6 ਕਨਵੀਨਰ ਸਾਹਿਬ ਤੇ 6 ਸਾਡੇ 7 ਸਟੇਟ ਕਮੇਟੀ ਮੈਂਬਰਾਂ ਦੀ ਅਗਵਾਈ ਦੇ ਵਿੱਚ ਸਾਂਝੇ ਤੌਰ ਤੇ ਹੋ ਰਿਹਾ ਹੈ। ਚੰਡੀਗੜ੍ਹ ਦੀਆਂ ਉਹੀ ਕਾਮਨ ਡਿਮਾਂਡਾਂ ਨੇ, ਕੱਚੇ ਕੰਮਾਂ ਨੂੰ ਪੱਕੇ ਕਰੋ, ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕਰੋ, ਕਿਲੋਮੀਟਰ ਸਕੀਮ ਜਿਹੜੀ ਸਿਟੀ ਦੇ ਵਿੱਚ ਪਾਉਣ ਜਾ ਰਹੇ ਨੇ ਉਹਦਾ ਟੈਂਡਰ ਜਿਹੜਾ ਹੈਗਾ ਵਾਪਸ ਲਓ, ਡੈਥ ਕੇਅਰਸ ਦੇ ਵਾਰਸਾਂ ਨੂੰ ਪੰਜਾਬ ਪੈਟਰਨ ਤੇ ਨੌਕਰੀ ਦਿਓ। ਸਾਰੀਆਂ ਚੀਜ਼ਾਂ ਸਾਡੀਆਂ ਉਹੀ ਨੇ, ਡਿਮਾਂਡਾਂ ਸਾਡੀਆਂ ਸਾਰਿਆਂ ਦੀਆਂ ਇੱਕ ਨੇ। ਪਰ ਚੰਡੀਗੜ੍ਹ ਪ੍ਰਸ਼ਾਸਨ ਜਿਵੇਂ ਤੁਸੀਂ ਕਹਿ ਕੇ ਹਟੋ ਜਾਂ ਜਿਵੇਂ ਸਾਥੀ ਅਸ਼ਵਨੀ ਜੀ ਨੇ ਦੱਸਿਆ ਕਿ ਹੁਣ ਅਸੀਂ ਇਸ ਮਸਲੇ ਨੂੰ ਛੱਡਾਂਗੇ ਨਹੀਂ, ਅਸੀਂ ਲੜਾਈ ਦਿਖਾਵੇ ਵਾਸਤੇ ਨਹੀਂ ਲੜ ਰਹੇ, ਲੜਾਈ ਬਿਲਕੁਲ ਆਰ ਪਾਰ ਦੀ। ਔਰ ਜਦ ਤੱਕ ਚੰਡੀਗੜ੍ਹ ਪ੍ਰਸ਼ਾਸਨ ਇਹ ਮੰਗਾਂ ਨੂੰ ਮੰਨੇਗਾ ਨਹੀਂ, ਅਸੀਂ ਇਹਨਾਂ ਅਫਸਰਾਂ ਦੀ ਨੱਕ ਦੇ ਵਿੱਚ ਦਮ ਕਰ ਦਿਆਂਗੇ। ਕਿਉਂਕਿ ਇਹਨਾਂ ਨੂੰ ਅਸੀਂ 2 ਮਹੀਨੇ ਦਿੱਤੇ ਸੀ ਵੀ ਐਡਵਾਈਜ਼ਰ ਸਾਹਿਬ ਨਵੇਂ ਆਏ ਆ, ਟਰਾਂਸਪੋਰਟ ਸੈਕਟਰੀ ਨਵੇਂ ਆਏ ਆ ਤੇ ਵਿਭਾਗਾਂ ਦੇ ਵਿੱਚ ਵੀ ਕੁਛ ਰੱਦੋ ਬਦਲ ਹੋਈ, ਐਮਸੀ ਦੇ ਵਿੱਚ ਵੀ, ਐਸਡੀਐਮ ਵਗੈਰਾ ਸਾਰੇ ਤਕਰੀਬਨ ਸਾਰਾ ਜਿਹੜਾ ਹੈਗਾ ਪੈਨਲ ਚੇਂਜ ਹੋਇਆ। ਤਾਂ ਉਹਨਾਂ ਨੂੰ ਕੁਝ ਸਮਾਂ ਮੰਗਾ ਸੀ ਪਰ ਸਮਾਂ ਦੇਤਾ ਸੀ ਨੇ, ਪਰ ਉਹ ਅਜੇ ਤੱਕ ਉਹਨਾਂ ਨੇ ਕੋਈ ਉਸ ਤਰੀਕੇ ਨਾਲ ਸਾਨੂੰ ਕੋਈ ਵਧੀਆ ਰਿਜ਼ਲਟ ਕੱਢ ਕੇ ਨਹੀਂ ਦਿੱਤਾ। ਇਸ ਕਰਕੇ ਸਾਨੂੰ ਦੁਖੀ ਹੋ ਕੇ ਹੁਣ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਝੰਡੇ 'ਚ ਡੰਡਾ ਪਾਉਣਾ ਪਿਆ। ਔਰ ਇਹ ਝੰਡੇ 'ਚ ਡੰਡਾ ਹੁਣ ਉਦੋਂ ਨਿਕਲੂਗਾ ਜਦ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਸੀਟੀਯੂ ਦੇ ਵਿੱਚ ਤਾਂ ਦੇਖੋ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਸੰਯੁਕਤ ਕਰਮਚਾਰੀ ਮੋਰਚੇ ਨੂੰ ਨਾਲ ਲੈ ਕੇ, ਔਰ ਬਿਜਲੀ ਵਿਭਾਗ ਦੀ ਔਰ ਕੱਚੇ ਕੰਮਾਂ ਨੂੰ ਪੱਕੇ ਕਰਨ ਦੀ, ਤੇ ਨਾਲ ਚੌਥੀ ਹੈਗੀ ਜਿਹੜੀ ਡਿਮਾਂਡ ਮੇਨ ਇਹ ਆਪਣਾ ਡੈਥ ਕੇਸ ਦੇ ਵਾਰਸਾਂ ਨੂੰ ਨੌਕਰੀ ਦੇਣ ਵਾਲੀ। ਇਹਦੇ ਵਾਸਤੇ ਆਪਾਂ ਮੇਨ ਵੈਸੇ ਡਿਮਾਂਡਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਮੈਂ 4 ਤੁਹਾਨੂੰ ਮੇਨ ਦੱਸ ਰਿਹਾ। ਆਪਾਂ ਹੁਣ 21 ਤਰੀਕ ਦੀ ਅੱਜ ਦੀ ਹੜਤਾਲ ਰੱਖੀ ਹੋਈ ਸੀ ਪਰ ਐਨਐਚਐਮ ਕਾਮਿਆਂ ਨੂੰ ਇਹਨਾਂ ਨੇ ਡਿਊਟੀ ਤੇ ਲੈ ਲਿਆ ਵਾਪਸ, ਤਾਂ ਉਸ ਕਰਕੇ ਅਸੀਂ ਨੇ ਉਹ ਹੜਤਾਲ ਵਾਪਸ ਲੈ ਕੇ ਅੱਜ ਇੱਕ ਸੰਕੇਤਕ ਰੈਲੀ ਕਰਨ ਦਾ ਇੱਕ ਫੈਸਲਾ ਲਿਆ। ਉਹ ਅਸੀਂ ਅੱਜ ਰੈਲੀ ਕਰ ਰਹੇ ਹਾਂ। ਪਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਪ੍ਰਸ਼ਾਸਨ ਦਾ ਰਵੱਈਆ ਨਾ ਬਦਲਿਆ ਤਾਂ ਚੰਡੀਗੜ੍ਹ ਨੂੰ ਸਮੁੱਚੇ ਤੌਰ ਤੇ ਅਸੀਂ ਰਲ ਮਿਲ ਕੇ ਬੰਦ ਕਰਾਂਗੇ ਇਹਨੂੰ। ਸੰਯੁਕਤ ਕਰਮਚਾਰੀ ਮੋਰਚੇ ਦਾ ਕਹਿਣਾ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਵੱਲ ਅਜੇ ਵੀ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਆਪਣਾ ਰੋਸ ਮੁਜ਼ਾਹਰਾ ਹੋਰ ਵੀ ਤਿੱਖਾ ਕਰਨਗੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਨੂੰ ਦੂਰ ਭਜਾਇਆ ਜਾ ਸਕੇ। ਇਸੇ ਦੇ ਮੱਦੇਨਜ਼ਰ ਸੁਖਨਾ ਲੇਕ ਤੇ ਜੋ ਵੈਕਸੀਨੇਸ਼ਨ ਸੈਂਟਰ ਹੈ ਉਸਨੇ ਵੀ ਇੱਕ ਟੀਚਾ ਨਿਰਧਾਰਿਤ ਕੀਤਾ ਸੀ ਕਿ ਉਸ ਟੀਚੇ ਦੇ ਤੱਕ ਲੋਕਾਂ ਨੂੰ ਵੈਕਸੀਨੇਟ ਕਰਨਾ ਹੈਗਾ ਤੇ ਉਹ ਟੀਚਾ ਹੁਣ ਉਹਨਾਂ ਨੇ ਪੂਰਾ ਕਰ ਲਿਆ। ਹੈਲਥ ਡਿਪਾਰਟਮੈਂਟ ਯੂਟੀ ਅਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਨੇ ਯੂਨਾਈਟਿਡ ਸਿੱਖਸ ਅਤੇ ASR ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸੁਖਨਾ ਝੀਲ ਦੇ ਉੱਪਰ ਟੀਕਾਕਰਨ ਕੈਂਪ ਲਗਾਇਆ ਅਤੇ ਇਸ ਦੇ ਵਿੱਚ 20,000 ਕੋਵਿਡ ਟੀਕਾਕਰਨ ਦਾ ਟੀਚਾ ਹਾਸਲ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇయ ਨੇ ਸ਼ਿਰਕਤ ਕੀਤੀ ਤੇ ਨਾਲ ਹੀ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਅਤੇ UT SSP ਕੁਲਦੀਪ ਸਿੰਘ ਚਾਹਲ ਵੀ ਖਾਸ ਤੌਰ ਤੇ ਪਹੁੰਚੇ। ਸੈਲੀਬ੍ਰੇਟ ਕਰਨ ਦੇ ਲਈ ਕੇਕ ਕਟਿੰਗ ਸਮਾਰੋਹ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਕਰੋਨਾ ਵਾਰੀਅਰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ 25,000 ਟੀਕਾਕਰਨ ਦਾ ਟੀਚਾ ਵੀ ਰੱਖਿਆ ਗਿਆ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇయ ਨੇ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਚੰਡੀਗੜ੍ਹ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਸਮਾਜਿਕ ਕਾਰਨਾਂ ਦੇ ਨਾਲ ਇਸ ਤਰ੍ਹਾਂ ਦੀ ਪਹਿਲ ਨਾਲ ਅੱਗੇ ਆਉਣਗੇ। जब भी मानवता पर किसी प्रकार की प्राकृतिक विपदा आई है तब सभी लोगों ने धर्म, समुदाय और जात पात से उठकर मानवता की सेवा की है। ऐसा ही उदाहरण सामाजिक संस्थाओं ने प्रस्तुत किया है। जैसा कि हम जानते हैं कि पूरे विश्व ने पिछले साल कोरोना को झेला है। पूरे विश्व के साथ साथ भारत भी इससे अछूत नहीं रहा। कोरोना की दोनों लहरों ने मानवता को डरा कर रख दिया था। कोरोना काल में जब पूरा विश्व स्थिर हो गया था, ऐसे में भारतीय संस्कृति के अनुरूप देश के सभी सरकारों, प्रशासनिक टीमों व सामाजिक संस्थाओं ने विभिन्न माध्यमों से जनता से जुड़कर कोरोना के समय ज़रूरतमंद लोगों तक खाना, दवाइयाँ, मास्क, सैनिटाइज़र व अन्य ज़रूरत की चीज़ें पहुंचाने का अद्भुत कार्य किया है। उन सभी संस्थाओं को, सभी लोगों को और एक बार मैं अभिनंदन करना चाहता हूँ। देश में वैक्सीन बनी है, इसके तुरंत बाद सरकारी अधिकारियों, डॉक्टरों, पैरामेडिकल स्टाफ, समाज सेवियों, सामाजिक संस्थाओं, रेड क्रॉस सोसाइटी के कार्यकर्ताओं व कोरोना योद्धाओं ने बिना किसी डर के वैक्सीन अभियान चलाया। इसके परिणाम स्वरूप आज देश
कोरोना को हरा रहा है। वैक्सीन को अगर वैक्सीन की बात अगर की जाए तो भारत ने एक दिन में 2.5 करोड़ वैक्सीन लगाकर दुनिया में एक रिकॉर्ड कायम किया है। ਵੈਕਸੀਨੇਸ਼ਨ ਸੈਂਟਰ ਉੱਤੇ 1 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੁਫਤ ਟੀਕਾਕਰਨ ਦੀ ਸਹੂਲਤ ਦਿੱਤੀ ਗਈ, ਜਿਸ ਨਾਲ ਸਿਹਤ ਵਿਭਾਗ ਵੱਲੋਂ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇਹ ਟੀਕਾਕਰਨ ਕੈਂਪ ਲਗਾਇਆ ਗਿਆ ਅਤੇ ਯੂਨਾਈਟਿਡ ਸਿੱਖਸ ਅਤੇ ASR ਫਾਊਂਡੇਸ਼ਨ ਵੱਲੋਂ ਵੀ ਇਸ ਨੂੰ ਸਮਰਥਨ ਹਾਸਲ ਸੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। 15 ਦਸੰਬਰ ਨੂੰ ਇੱਕ ਆਟੋ ਚਾਲਕ ਦਾ ਆਟੋ ਲੈ ਕੇ ਫਰਾਰ ਹੋ ਗਏ ਸੀ 2 ਲੋਕ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਤੁਹਾਨੂੰ ਦੱਸਦੀ ਕਿ ਜੰਗਲਾਂ ਦੇ ਵਿੱਚੋਂ ਆਟੋ ਬਰਾਮਦ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਆਟੋ ਚਾਲਕ ਨੇ ਪੁਲਿਸ ਦਾ ਧੰਨਵਾਦ ਕੀਤਾ। मैं नमस्कार करता हूं चंडीगढ़ पुलिस को, क्योंकि आज 15 तारीख को रात में 9:30 बजे मेरा ऑटो छीन गया था और मैं चंडीगढ़ पुलिस को कोर्ट निवेदन करके मैंने बोला था कि आप मेरा ऑटो ढूंढ के दीजिए, और आज 3 दिन के बाद 18 तारीख को मेरा ऑटो मुझे मिल गया। यहाँ मक्खन माजरा पुलिस चौकी में लाकर पुलिस वाले खड़ा कर दिए थे ऑटो मेरा, और जो बंदे मुझसे ऑटो छीने थे उन बंदों का अभी पता नहीं चला। और सबसे ज्यादा धन्यवाद मैं अपने प्रधान जी का कर रहा हूँ, क्योंकि प्रधान जी हमारे कोई ऐसा मोहल्ला मतलब में राम दरबार, हलो माजरा या मक्खन माजरा, बहुत सारे जगह हमारे साथ जंगलों में भी बहुत ढूंढे हम और हमारे मालिक अनिल सिंह जी, और मैं चंडीगढ़ पुलिस का बहुत धन्यवाद करता हूं, क्योंकि आज तीसरे दिन हमारा ऑटो हमें मिल गया। रुख मौसम का कर लेने ते दस दिन है कि तापमान अज किन्ना रहा। अज वध तो वध तापमान 18.9 डिग्री सैल्सियस ते घट्टो घट्ट तापमान 5.7 डिग्री सैल्सियस दर्ज किया गया। इस बुलेटिन दे विच पास इन्ना ही, फिर होवेगी मुलाकात। सत श्री अकाल।